वाहिगुरु साहिब श्री नानक अंगद गुरु अमरदास पदबंद रामदास अर्जुन गुरु बर श्री हर गोबिंद हर राय हर कृष्ण गुर तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है मानक भगत वैराग श्री गुरु ग्रंथ साहिब उदद बंधु कर अनुराग श्री गुर शब्द कमाए जन जीते पंच विकार तिन संतन का बंदना सिर चरणन पर धार एक ओंकार सतगुरु तेह प्रसाद सच होय वाहिगुरु जी की फतेह विघन विनाशन सोय वाहिगुरु जी की फतेह विघन विनाशन सोय। शतर तख्त के मालिक गुरता गद्दी उपर सुभायमान दसां पातशाहियों दे आत्मिक स्वरूप जुगो जुग अटल निमाणियां दे मान निताणियां दे तान न्योटियां दी ओट निआसरियां दे आसरे सच्चे पातशाह गरीब नवाज गुरु धन धन श्री गुरु ग्रंथ साहिब सच्चे पातशाह महाराज जी दी परम पवित्र हजूरी अंदर दल भंजन गुर सूरमा बड़ जोधा बहु पारे उपकारी मेरी पीरी दे मालक सतगुरु धन धन श्री गुरु हरगोबिंद साहिब जी दे मुबारक चरण छो प्राप्त इतिहासक स्थान गुरुद्वारा श्री गुरु सर साहिब विखे रात्रि दे पावन पवित्र दीवाना विच हाजरियां लवा रही नतमस्तक हो रही समूह गुरु की संगत जी आओ गुरु की बख्शिश गुरफतेह विच सांझ पाओ रसना सफलाओ बुलंद आवाज विच बुलाओ जी वाहिगुरु जी का खालसा वाहिगुरु जी की फतेह। सतनाम श्री वाहिगुरु साहिब आए भाजा बहुत समझाई सच्चे पातशाह महाराज जी की अपार बख्शिश सदका सतसंगत का सुभागा समा प्राप्त हो रहा है।
ਆਪ ਸਰਬੱਤ ਸੰਗਤਾਂ ਨੇ ਸ਼ਾਮਾਂ ਤੋਂ ਸਤਿਗੁਰਾਂ ਦੇ ਦਰਸ਼ਨ, ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦੇ ਕੀਰਤਨ, ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਕੇ ਜਾਪ, ਸ਼੍ਰੀ ਮੁਖ ਵਾਕ ਸ਼ਰਵਣ ਕਰਕੇ ਲਾਭ ਖੱਟਿਆ, ਲਾਹਾ ਪ੍ਰਾਪਤ ਕੀਤਾ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ। ਸੋ ਅੱਗੇ ਪਾਵਨ ਪਵਿੱਤਰ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਕੱਲ੍ਹ ਵਾਲਾ ਵਿਚਾਰਿਆ ਹੋਇਆ ਪ੍ਰਸੰਗ ਸੰਖੇਪ ਕੁਮਾਤਰ ਦੁਹਰਾਈਏ ਤਾਂ ਕਿ ਲੜੀ ਜੁੜ ਜਾਵੇ ਔਰ ਅੱਗੇ ਆ ਰਹੇ ਪ੍ਰਸੰਗ ਨੂੰ ਸਮਝਣ ਦੇ ਵਿੱਚ ਰਸ ਬਣਿਆ ਰਹੇ। ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਕੀਰਤਪੁਰ ਸਾਹਿਬ ਬਾਬਾ ਆਨੰਦ ਜੀ ਨੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕੀਤੇ। ਬੜਾ ਰਸ ਭਰਿਆ ਮਿਲਾਪ ਹੋਇਆ। ਕੁਝ ਦਿਨ ਬਤੀਤ ਕਰਕੇ ਬਾਬਾ ਜੀ ਨੇ ਵਾਪਸ ਚੱਲਣ ਦਾ ਮਨ ਬਣਾ ਲਿਆ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਪਾਲਕੀ ਦੇ ਕੇ ਵਿਦਾ ਕੀਤਾ। ਨਾਲ ਭਾਈ ਗੜੀਆ ਜੀ ਨੂੰ ਭੇਜਿਆ ਕਿ ਬੜੇ ਪ੍ਰੇਮ ਦੇ ਨਾਲ, ਸੇਵਾ ਭਾਵਨਾ ਦੇ ਨਾਲ ਇਹਨਾਂ ਨੂੰ ਗੋਇੰਦਵਾਲ ਸਾਹਿਬ ਪਹੁੰਚਾ ਕਰਕੇ ਆਉਣਾ ਹੈ। ਬਾਬਾ ਜੀ ਗੋਇੰਦਵਾਲ ਸਾਹਿਬ ਪਹੁੰਚੇ। ਸਤਿਗੁਰਾਂ ਦੀ ਬਹੁਤ ਭਾਰੀ ਵਡਿਆਈ ਕੀਤੀ ਹੈ। ਸਤਿਗੁਰਾਂ ਦੀ ਬੜੀ ਉਸਤਤ ਕੀਤੀ। ਇੱਧਰ ਸੱਚੇ ਪਾਤਸ਼ਾਹ ਸਤਿਗੁਰਾਂ ਦਾ ਜਿਹੜਾ ਰਬਾਬੀ ਸਿੰਘ ਸੀ, ਹਰ ਰੋਜ਼ ਸਤਿਗੁਰਾਂ ਦੇ ਸਨਮੁਖ ਸਵੇਰ ਦੇ ਦੀਵਾਨ ਦੇ ਵਿੱਚ, ਸ਼ਾਮ ਦੇ ਦੀਵਾਨ ਦੇ ਵਿੱਚ ਕੀਰਤਨ ਦੀ ਸੇਵਾ ਨਿਭਾਉਣ ਵਾਲਾ, ਜਿਸ ਦਾ ਨਾਮ ਭਾਈ ਬਾਬਕ ਹੈ, ਇਸ ਨੇ ਆਪਣਾ ਅੰਤਮ ਸਮਾਂ ਨੇੜੇ ਜਾਣਿਆ। ਸਵਾਸ ਪੂਰੇ ਹੋਏ ਸਮਝੇ, ਸਰੀਰ ਛੱਡਣ ਦਾ ਮਨ ਬਣਾਇਆ। ਸਤਿਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਪਹੁੰਚਿਆ, ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਮੈਨੂੰ ਲੱਗਦਾ ਮੇਰਾ ਅੰਤਮਲਾ ਸਮਾਂ ਨੇੜੇ ਹੈ। ਆਪ ਜੀ ਦੀ ਰਜਾ ਲੈਣ ਵਾਸਤੇ ਆਇਆ ਜੀ। ਗਰੀਬ ਨਵਾਜ ਨੇ ਬਚਨ ਕੀਤਾ, ਸੰਸਾਰ ਹੈ ਹੀ ਆਉਣ ਜਾਣ, ਪ੍ਰਵਾਹ ਦਾ ਹਿੱਸਾ ਹੈ। ਜਿਹੜਾ ਆਇਆ ਇਸ ਸੰਸਾਰ ਵਿੱਚ ਉਹਨੂੰ ਜਾਣਾ ਵੀ ਪੈਣਾ ਹੈ। ਇਹ ਸਮਾਂ ਟੱਲ ਹੈ, ਪਰ ਤੂੰ ਧੰਨ ਹੈ ਜਿਹਨੇ ਪਰਮੇਸ਼ਰ ਦੀ ਵਡਿਆਈ, ਪਰਮੇਸ਼ਰ ਦੀ ਕੀਰਤ ਕੀਤੀ, ਆਪ ਵੀ ਰਸ ਮਾਣਿਆ, ਹੋਰਨਾਂ ਨੂੰ ਸ਼ਰਵਣ ਕਰਕੇ ਕਰਾ ਕੇ ਲਾਹ ਦਵਾਇਆ ਹੈ। ਸੱਚੇ ਪਾਤਸ਼ਾਹ ਦੀ ਰਜਾ ਹੋਈ। ਆਪਣਾ ਪੁੱਤਰ ਇਹਨੇ ਸਤਿਗੁਰਾਂ ਦੇ ਚਰਨੀ ਪਾਇਆ ਕਿ ਮਹਾਰਾਜ ਜਿਵੇਂ ਮੇਰੇ 'ਤੇ ਬਖਸ਼ਿਸ਼ ਰੱਖੀ, ਮੇਰੇ ਪੁੱਤਰ 'ਤੇ ਵੀ ਰੱਖਣੀ। ਗਰੀਬ ਨਵਾਜ ਨੇ ਬਾਂਹ ਤੋਂ ਪਕੜ ਕੇ ਇਸ ਦੇ ਪੁੱਤਰ ਨੂੰ ਆਪਣੇ ਪਾਸ ਬਿਠਾਇਆ। ਕਹਿਣ ਲੱਗੇ, ਕਹਿਣ ਦੀ ਲੋੜ ਨਹੀਂ, ਸਾਡੇ ਸਰੀਰ ਛੱਡ ਜਾਣ ਤੋਂ ਬਾਅਦ ਵੀ ਇਹ ਗੁਰੂ ਘਰ ਦੀ ਸੇਵਾ ਨਿਭਾਉਂਦਾ ਰਹੇਗਾ। ਔਰ ਜਿਹੜੀਆਂ ਬਖਸ਼ਿਸ਼ਾਂ ਗੁਰੂ ਘਰੋਂ ਤੂੰ ਪ੍ਰਾਪਤ ਕੀਤੀਆਂ ਕੀਰਤਨ ਦੀ ਸੇਵਾ ਨਿਭਾਉਂਦਿਆਂ, ਉਹ ਤੇਰੇ ਪੁੱਤਰ ਨੂੰ ਵੀ ਪ੍ਰਾਪਤ ਹੁੰਦੀਆਂ ਰਹਿਣਗੀਆਂ। ਬਚਨ ਬਿਲਾਸ ਹੋਏ। ਗਰੀਬ ਨਵਾਜ ਨੇ ਹੌਸਲਾ ਦ੍ਰਿੜ ਤੇ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਾ ਕੇ ਹੁਕਮ ਕੀਤਾ ਕਿ ਹੁਣ ਆਪਣੇ ਘਰ ਪਰਤ ਜਾ ਤੇ ਜਾ ਕਰਕੇ ਆਪਣੇ ਸਰੀਰ ਨੂੰ ਇੱਕ ਬਸਤਰ ਦੇ ਨਾਲ ਢੱਕ ਲੈ। ਸਤਿਗੁਰਾਂ ਤੋਂ ਵਿਦਾ ਲੈ ਕੇ ਵਾਪਸ ਤੁਰਿਆ ਹੈ। ਮਲਕ ਜਾਤੀ ਸਿੱਖ ਨੂੰ ਮਿਲਿਆ, ਸਾਰੀ ਗੱਲ ਦੱਸੀ। ਸਿੱਖਾਂ ਦੀ ਪਰਸਪਰ ਵਿਚਾਰ ਹੋਈ। ਮਲਕ ਜਾਤੀ ਜੀ ਕਹਿਣ ਲੱਗੇ, ਆਪਣੇ ਵਡਭਾਗ ਆਪਾਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਸੇਵਾ ਨਿਭਾਉਂਦੇ ਹਾਂ, ਇਸ ਸੰਸਾਰ ਵਿੱਚੋਂ ਜਾ ਰਹੇ ਹਾਂ। ਤੂੰ ਸੱਚਖੰਡ ਚੱਲਿਆ, ਤੇਰੇ ਧੰਨ ਭਾਗ, ਸੇਵਾ ਨਿਭਾਈ। ਮੇਰਾ ਵੀ ਕੁਝ ਦਿਨਾਂ ਦੇ ਵਿੱਚ ਇਸ ਸੰਸਾਰ ਵਾਲੇ ਬੰਨਿਓ ਜਿਹੜਾ ਹਿਸਾਬ ਹੈ ਉਹ ਖਤਮ ਹੋ ਜਾਣਾ। ਮੈਂ ਵੀ ਸਰੀਰ ਤਿਆਗ ਕੇ ਸੱਚਖੰਡ ਜਾ ਵਰਾਜਾਂਗਾ। ਇਉਂ ਇੱਥੋਂ ਮਿਲਾਪ ਕਰਕੇ ਇਹ ਆਪਣੇ ਘਰ ਨੂੰ ਵਾਪਸ ਪਰਤ ਪਿਆ, ਘਰ ਪਹੁੰਚਿਆ ਹੈ। ਸਤਿਗੁਰਾਂ ਦਾ ਹਜ਼ੂਰੀ ਰਾਗੀ, ਜਿਸ ਦਾ ਨਾਮ ਭਾਈ ਬਾਬਕ ਹੈ। ਇੱਥੋਂ ਤੱਕ ਆਪਾਂ ਕੱਲ੍ਹ ਪ੍ਰਸੰਗ ਸ਼ਰਵਣ ਕੀਤਾ ਸੀ। ਅੱਗੇ ਜਿਸ ਤਰੀਕੇ ਨਾਲ ਗੁਰ ਇਤਿਹਾਸ ਦੀ ਵਿਚਾਰ ਆ ਰਹੀ ਹੈ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੇ ਨਾਲ ਜੁੜੀਏ।
ਤਾਂ ਕਿ ਲਾਭ ਪ੍ਰਾਪਤ ਹੋ ਸਕੇ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਇ ਭਾਜਾ ਬਹੁਤ ਸਮਝਾਈ। ਭਾਰ ਜੈਸ ਦੇ ਘਰ ਵਾਲੀ ਹੈ। ਇਹ ਬੀਬੀ ਜਦੋਂ ਘਰ ਦੇ ਵਿੱਚ ਪਹੁੰਚੇ ਭਾਈ ਬਾਬਕ ਜੀ, ਇਹਨਾਂ ਦੀ ਪਤਨੀ ਇਹਨਾਂ ਦੇ ਪਾਸ ਆਈ ਔਰ ਉਸ ਦੇ ਤਾਈ ਆਪਣੀ ਪਤੀ ਦੇ ਤਾਈ ਭਾਈ ਬਾਬਕ ਨੇ ਸਮਝਾਇਆ ਹੈ। ਹਮਰੇ ਸਿਰ ਭਗਤ ਗੁਰ ਸਾਈਂ। ਕਹਿਣ ਲੱਗੇ ਸਾਡੇ ਸਿਰ ਦੇ ਉੱਪਰ ਹੈ ਨਿਤਾਂ ਮਾਲਕ, ਸਾਡੇ ਖਸਮ, ਸਾਡੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਚਲ ਆਸ਼ੀਰਵਾਦ ਹੈ ਸਾਨੂੰ। ਕਿਸੇ ਬਾਤ ਕੋ ਨਹੀਂ ਅੰਦੇਸ਼ਾ। ਇਸ ਕਰਕੇ ਕਿਸੇ ਵੀ ਗੱਲ ਦਾ ਕੋਈ ਅੰਦੇਸ਼ਾ ਨਹੀਂ ਕਰਨਾ, ਸੰਸ਼ਾ ਨਹੀਂ ਕਰਨਾ, ਮਨ ਦੇ ਵਿੱਚ ਖੇਦ ਨਹੀਂ ਲਿਆਉਣਾ, ਡਰ ਨਹੀਂ ਲਿਆਉਣਾ, ਕੋਈ ਚਿੱਤ ਨੂੰ ਡਲਾਉਣਾ ਨਹੀਂ ਹੈ, ਹੌਸਲਾ ਦ੍ਰਿੜ ਰੱਖਣਾ ਹੈ। ਦੋ ਲੋਕਣ ਕੇ ਕੱਟੇ ਕਲੇਸ਼ਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ, ਆਪਣੇ ਦੋਵਾਂ ਲੋਕਾਂ ਦੇ ਕਲੇਸ਼ ਕੱਟ ਦਿੱਤੇ, ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ। ਦੋਏ ਗਿਆਨ ਨਿਜ ਧਾਮ ਬਤਾਏ। ਇਉਂ ਵਚਨ ਵਿਲਾਸ ਕਰਕੇ ਪਰਿਵਾਰ ਵਿੱਚ ਰਹਿ ਕੇ 2 ਪਹਿਰ ਆਪਣੇ ਘਰ ਦੇ ਵਿੱਚ ਬਾਬਾ ਬਾਬਕ ਜੀ ਨੇ ਬਤੀਤ ਕੀਤੇ। ਗੁਣਮੁਖ ਕੇ ਦਤ ਕਸ਼ਟ ਮਲਾਏ। ਫਿਰ ਇਸ ਤਰੀਕੇ ਦੇ ਨਾਲ ਆਪਣੇ ਮੁੱਖ ਦੀ ਜਿਹੜੀ ਦੁੱਤ ਹੈ, ਆਭਾ ਹੈ, ਥੋੜ੍ਹੀ ਜਿਹੀ ਨਿੰਮੀ ਪੈਂਦੀ ਦੇਖੀ ਹੈ। ਇਹ ਉਹ ਦੁਨਿਆਵੀ ਲੋਕਾਂ ਵਾਲੀ ਤਕਲੀਫ ਨਹੀਂ, ਸਵਾਸ ਛੱਡਦਿਆਂ ਵੀ ਸਵਾਸ ਰੁਕ ਗਿਆ, ਅੱਖਾਂ ਮਿਟ ਗਈਆਂ, ਸਰੀਰ ਤਕਲੀਫ ਦੇ ਵਿੱਚ ਹੈ, ਪੀੜ ਦੇ ਵਿੱਚ ਹੈ, ਜਾਂ ਹੱਥ ਪੈਰ ਮਾਰਦਾ ਹੈ, ਜਾਂ ਚੀਕ ਚੰਗਿਆੜਾ ਪੈਂਦਾ ਹੈ। ਇਹ ਉਹ ਗੱਲ ਨਹੀਂ ਹੁੰਦੀ। ਅਸਲ ਦੇ ਵਿੱਚ ਸਰੀਰ ਹੈ ਤੇ ਸਰੀਰ ਦਾ ਦੁਨਿਆਵੀ ਧਰਮ ਹੈ, ਚਾਹੇ ਕਿਸੇ ਸੰਤ ਦਾ ਹੈ, ਚਾਹੇ ਕਿਸੇ ਮਹਾਂਪੁਰਸ਼ ਦਾ ਹੈ, ਚਾਹੇ ਕਿਸੇ ਅਵਤਾਰ ਦਾ। ਸਰੀਰ ਦਾ ਹਰੇਕ ਦਾ ਧਰਮ ਹੁੰਦਾ ਹੈ। ਉਹ ਸਰੀਰ ਦਾ ਧਰਮ ਇਹ ਹੁੰਦਾ ਵੀ ਜਦੋਂ ਕੋਈ ਇਸ ਸਰੀਰ ਵੱਡੀ ਛੋਟੀ ਆਧੀ ਵਿਆਧੀ ਉਪਾਧੀ ਦਾ ਸ਼ਿਕਾਰ ਹੁੰਦਾ ਹੈ ਤਾਂ ਫਿਰ ਇਸ ਸਰੀਰ 'ਤੇ ਮੁਰਝਾਵਟ ਆਉਂਦੀ ਹੈ, ਕੁਮਲਾਹਟ ਆਉਂਦੀ ਹੈ। ਉਹ ਕੇਵਲ ਸਰੀਰ 'ਤੇ ਆਉਂਦੀ ਹੈ, ਮਾਨਸਿਕ ਅਵਸਥਾ 'ਤੇ ਨਹੀਂ ਆਉਂਦੀ ਕਿਸੇ ਦੀ। ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਆ, ਸਾਡੀ ਦੁਨਿਆਵੀ ਲੋਕਾਂ ਦੀ ਮੱਤ ਇਹੋ ਜਿਹੀ ਹੁੰਦੀ, ਸਾਨੂੰ ਇਹ ਕਜੀ ਹੈ ਵੀ ਸਾਡੀ ਸਿੱਧੇ ਮਨ 'ਤੇ ਸੱਟ ਵੱਜਦੀ ਹੈ। ਸਰੀਰ 'ਤੇ ਵੱਜੇ ਚਾਹੇ ਨਾ ਵੱਜੇ, ਅਜੇ ਮਨ 'ਤੇ ਬੜੀ ਛੇਤੀ ਪਹੁੰਚਦੀ ਹੈ। ਪਰ ਉਹਨਾਂ ਦਾ ਸਰੀਰ ਵੀ ਖੰਡ ਖੰਡ ਹੋ ਜਾਵੇ, ਟੋਟੇ ਟੋਟੇ ਹੋ ਜਾਵੇ, ਬੰਦ ਬੰਦ ਕੱਟਿਆ ਜਾਵੇ, ਉਹਨਾਂ ਦੇ ਮਨ 'ਤੇ ਸੱਟ ਨਹੀਂ ਪਹੁੰਚਦੀ। ਉਹਨਾਂ ਦੀ ਮਾਨਸਿਕ ਅਵਸਥਾ ਖੇੜੇ ਵਿੱਚ ਰਹਿੰਦੀ ਹੈ। ਬਸ ਇਹ ਫਰਕ ਹੁੰਦਾ ਦੁਨਿਆਵੀ ਵਿੱਚ ਤੇ ਅਧਿਆਤਮੀ ਵਿੱਚ, ਪਰਿਪੂਰਨ ਵਿੱਚ। ਦੁਨਿਆਵੀ ਦੇ ਸਰੀਰ 'ਤੇ ਪਾਇਆ ਹੋਇਆ ਕੱਪੜਾ ਵੀ ਫਟ ਜਾਵੇ, ਐਕਸੈਪਟ ਨਹੀਂ ਕਰਦਾ ਵੀ ਇਹ ਇਸ ਵੇਲੇ ਫਟ ਗਿਆ, ਜੇ ਤਾਂ ਮੈਂ ਕੱਲ੍ਹ ਹੀ ਸਮਾਇਆ ਸੀ, ਨਵਾਂ ਸੀ। ਹੁਣ ਖੁੰਗੇ ਕੱਪੜੇ ਨੂੰ ਲੱਗੇ, ਫੱਟ ਕੱਪੜੇ ਨੂੰ ਲੱਗੇ, ਪਾਟੇ ਕੱਪੜਾ ਤੇ ਮਨ ਫੜ ਕੇ ਬਹਿ ਜਾਂਦਾ, ਦਿਲ ਫੜ ਕੇ ਬਹਿ ਜਾਂਦਾ ਵੀ ਓਹ ਹੋ ਬੜਾ ਭਾਰੀ ਘਾਟਾ ਪੈ ਗਿਆ। ਪਾਟਿਆ ਵਸਤਰ ਸਰੀਰ 'ਤੇ ਧਾਰਨ ਕੀਤਾ, ਦਿਲ 'ਤੇ ਹੱਥ ਇਉਂ ਜਾਂਦਾ, ਦਿਲ 'ਤੇ ਉਹਦਾ ਅਸਰ ਇਉਂ ਹੁੰਦਾ ਵੀ ਜਿਵੇਂ ਗੋਲੀ ਵੱਜੀ ਹੋਵੇ ਬੰਦੇ ਨੂੰ। ਇਹ ਦੁਨਿਆਵੀਆਂ ਦੀ ਹਾਲਤ ਹੁੰਦੀ ਹੈ। ਜਿਹੜੇ ਪੂਰਨ ਤੱਤਵ ਤੇ ਮਹਾਤਮਾ ਹੁੰਦੇ, ਉਹਨਾਂ ਦੀ ਮਾਨਸਿਕ ਅਵਸਥਾ ਸਥਿਰ ਰਹਿੰਦੀ ਹੈ, ਹਰ ਸਮੇਂ ਇਕਾਗਰ ਅਡੋਲ ਰਹਿੰਦੀ ਹੈ, ਚਿੱਤ ਦੀ ਬਿਰਤੀ ਆਨੰਦ ਦੇ ਵਿੱਚ ਰਹਿੰਦੀ ਹੈ। ਤਾਂ ਹੀ ਤਾਂ ਖੋਪੜ ਲਹਾ ਕੇ ਵੀ ਬੈਠੇ ਰਹਿੰਦੇ 21 ਦਿਨ, ਚਰਖੜੀਆਂ 'ਤੇ ਚੜ੍ਹਨ ਤੋਂ ਬਾਅਦ ਵੀ ਉਹ ਡੋਲਦੇ ਨਹੀਂ। ਫਿਰ ਦੇਗਾਂ ਵਿੱਚ ਵੀ ਉੱਬਲ ਜਾਂਦੇ, ਪਰ ਸੰਸਕਾਰ ਹੀ ਨਹੀਂ ਲੈਂਦੇ। ਉਹਨਾਂ ਨੂੰ ਰੂੰ ਦੇ ਵਿੱਚ ਲਪੇਟ ਕੇ ਅੱਗ ਲਾਈ ਜਾਂਦੀ ਹੈ, ਪਰ ਚੀਸ ਨਹੀਂ ਪੈਂਦੀ, ਕਿਉਂਕਿ ਮਾਨਸਿਕ ਅਵਸਥਾ ਸਥਿਰ ਹੈ, ਇੱਕ ਰਸ ਹੈ, ਅਡੋਲ ਹੈ। ਇਸੇ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਕਿਹਾ, ਮਨ ਜੀਤਾ ਜਗ ਜੀਤ। ਜਿਹਨੇ ਮਨ ਜਿੱਤ ਲਿਆ, ਉਹਨੇ ਇਸ ਸੰਸਾਰ 'ਤੇ ਫਤਿਹ ਪ੍ਰਾਪਤ ਕਰ ਲਈ। ਤੇ ਜਿਹਦੇ ਮਨ ਨਹੀਂ ਵੱਸ ਦੇ ਵਿੱਚ ਆਇਆ, ਸਮਝੋ ਸਭ ਕੁਝ ਜਿੱਤ ਕੇ ਵੀ ਹਾਰ ਗਿਆ। ਇੱਥੋਂ ਕੋਈ ਪਦਾਰਥ ਤੇ ਕਿਸੇ ਨੇ ਨਾਲ ਲੈ ਹੀ ਨਹੀਂ ਜਾਣਾ। ਜਿਉਂਦੇ ਜੀ ਮੁਕਤੀ ਇਹੀ ਹੁੰਦੀ ਹੈ, ਬਸ ਮਨ ਦੀ ਇਕਾਗਰਤਾ, ਮਨ ਦੀ ਸਥਿਰਤਾ, ਸਾਰੇ ਦੁੱਖਾਂ ਦੀ ਨਿਵਰਤੀ, ਸਾਰੀਆਂ ਪੀੜਾਵਾਂ ਦੀ ਸਮਾਪਤੀ, ਸਭ ਕਲੇਸ਼ਾਂ ਦਾ ਨਾਸ਼।
ਸੋ ਇਹ ਸਮਝਾਉਂਦਾ ਹੈ ਆਪਣੀ ਬੀਬੀ ਨੂੰ ਕਿ ਸਤਿਗੁਰਾਂ ਨੇ ਸਾਡੇ ਦੋਵੇਂ ਲੋਕ ਸੁਹੇਲੇ ਕਰ ਦਿੱਤੇ ਆ। ਨਾ ਇਸ ਲੋਕ ਦੇ ਵਿੱਚ ਕੋਈ ਤਕਲੀਫ ਹੈ ਤੇ ਨਾ ਪਰਲੋਕ ਦੇ ਵਿੱਚ ਕੋਈ ਦੁੱਖ ਸਹਾਰਨਾ ਪਏਗਾ। ਜਾਨਿ ਪ੍ਰਾਣ ਅੰਤ ਆਲ ਹੋਇ। ਮੈਂ ਜਾਣ ਲਿਆ ਹੁਣ ਮੇਰੇ ਸਰੀਰ ਦਾ ਅੰਤਮ ਸਮਾਂ ਨੇੜੇ ਆ ਗਿਆ, ਸਵਾਸ ਮੈਨੂੰ ਤਿਆਗਣੇ ਪੈਣੇ ਹਨ। ਸਤਿਨਾਮ ਸਿਮਰਤ ਗੁਣ ਗਾਇ। ਇਸ ਕਰਕੇ ਸੱਚੇ ਨਾਮ ਵਾਹਿਗੁਰੂ ਗੁਰਮੰਤਰ ਦਾ ਜਾਪ ਤੂੰ ਵੀ ਕਰਦੀ ਰਹਿਣਾ ਤੇ ਹੁਣ ਮੈਂ ਵੀ ਉਹ ਜਾਪ ਆਰੰਭ ਕਰਨ ਲੱਗਾ ਹਾਂ। ਇਉਂ ਗੁਰਮੰਤਰ ਚਿਤਾਰਦਿਆਂ ਹੋਇਆਂ ਲੰਮੇ ਪੈ ਗਿਆ ਭਾਈ ਬਾਬਕ। ਆਪਣੇ ਸਰੀਰ ਨੂੰ ਇੱਕ ਕੱਪੜੇ ਦੇ ਨਾਲ ਢੱਕ ਲਿਆ ਔਰ ਉਸੇ ਸਮੇਂ ਆਪਣਾ ਸਰੀਰ ਛੱਡ ਦਿੱਤਾ ਔਰ ਸੱਚਖੰਡ ਜਾ ਬਰਾਜੇ ਹਨ। ਜਿਹੜੇ ਮਰਾਸੀ ਜਾਤੀ ਦੇ ਵਿੱਚੋਂ ਹੋਰ ਵੀ ਇਹਨਾਂ ਦੇ ਸਾਕ ਸੰਬੰਧੀ ਰਿਸ਼ਤੇਦਾਰ ਸੀ, ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕਰਕੇ ਮਿੱਠੇ ਬਚਨਾਂ ਦੇ ਵਿੱਚ ਇਹਨਾਂ ਦੇ ਸੱਚਖੰਡ ਜਾਣ ਦੀ ਗੱਲ ਦੱਸੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਫੌਜ ਦੇ ਵਿੱਚ ਜਿਹੜੇ ਸੈਨਿਕ ਭਰਤੀ ਹੋਏ ਸੀ ਤੁਰਕ ਜਾਤ ਦੇ, ਇਹ ਵੀ ਸਾਰੇ ਚੱਲ ਕੇ ਆਏ ਹਨ ਬਾਬਕ ਜੀ ਦੇ ਦਰਬਾਰ ਦੇ ਉੱਪਰ ਘਰ ਦੇ ਵਿੱਚ। ਜਿਹੜੀ ਮ੍ਰਿਤਕ ਦੀ ਸਾਰੀ ਕਿਰਿਆ ਸੀ, ਜਿਸ ਤਰੀਕੇ ਦੇ ਨਾਲ ਸੰਸਾਰਕ ਮਰਿਆਦਾ ਹੈ, ਸਰੀਰ ਦੇ ਸ਼ਾਂਤ ਹੋਣ ਤੋਂ ਜੋ ਅੰਤਮ ਸੰਸਕਾਰ ਦੀ ਸਾਰੀ ਕਰਨੀ ਨਿਭਾਈ ਜਾਂਦੀ ਹੈ, ਉਹ ਬਾਬਾ ਬਾਬਕ ਜੀ ਦੇ ਸੁਪੁੱਤਰ ਨੇ ਸਾਰੀ ਕਰਵਾਈ ਹੈ ਜੀ। ਸਰੀਰ ਦੇ ਉੱਪਰ ਬੜਾ ਸੋਹਣਾ ਸੁੰਦਰ ਦਸ਼ਾਲਾ ਪਾਇਆ, ਦਸ਼ਾਲੇ ਦੇ ਨਾਲ ਸਰੀਰ ਨੂੰ ਢੱਕਿਆ ਹੈ, ਕੱਜਿਆ ਹੈ ਔਰ ਲੈ ਕਰਕੇ ਘਰ ਦੇ ਵਿੱਚੋਂ ਤਤਕਾਲਾ ਛੇਤੀ ਕਾਲੀ ਦੇ ਨਾਲ ਬਾਹਰ ਨਿਕਲੇ ਹਨ ਜੀ। ਕਬਰ ਖੋਤੀ ਗਈ ਬਾਬਾ ਬਾਬਕ ਜੀ ਦੀ, ਉਸ ਕਬਰ ਦੇ ਵਿੱਚ ਇਹਨਾਂ ਦੇ ਮ੍ਰਿਤਕ ਸਰੀਰ ਨੂੰ ਰੱਖਿਆ ਗਿਆ ਜੀ। ਜਸ ਕਰਦਿਆਂ ਹੋਇਆਂ ਬਾਬਾ ਬਾਬਕ ਜੀ ਦਾ ਇਹਨਾਂ ਨੂੰ ਦਫਨਾ ਦਿੱਤਾ ਗਿਆ ਹੈ। ਉਸ ਸਮੇਂ ਅੰਤ ਦੇ ਸਮੇਂ ਇਹਨਾਂ ਨੇ ਸੱਚਖੰਡ ਜਾਣ ਲੱਗਿਆਂ ਸ਼੍ਰੀ ਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰਸੰਨ ਕਰ ਲਿਆ ਜੀ। ਕੋਈ ਸੰਸਾ ਨਹੀਂ ਕਿ ਇਹਨਾਂ ਨੂੰ ਸ਼ੁਭ ਗਤੀ ਪ੍ਰਾਪਤ ਹੋਈ ਹੋਏਗੀ। ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ, ਉਹਨਾਂ ਦਾ ਘਰ ਦਾ ਜਨਮ ਤੁਰਕ ਘਰ ਦਾ ਸੀ, ਇਸਲਾਮ ਧਰਮ ਦੇ ਮੰਨਣ ਵਾਲੇ ਸੀ ਪਹਿਲਾਂ। ਗਰੀਬ ਨਵਾਜ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆਉਣ ਤੋਂ ਔਰ ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਦਰ ਦੀ ਇਹੀ ਤੇ ਅਹਿਮੀਅਤ ਹੈ ਕਿ ਸੱਚੇ ਪਾਤਸ਼ਾਹ ਦਾ ਦਰ ਸਾਂਝਾ ਹੈ ਔਰ ਇੱਥੇ ਇਨਸਾਨੀਅਤ ਪ੍ਰਧਾਨ ਹੈ। ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨਬੂ। ਇੱਥੇ ਕਿਸੇ ਦੇ ਸਰੀਰ ਤੇ ਕਿਸੇ ਦੀ ਧੌਣ ਤੇ ਕੋਈ ਸ਼੍ਰੀ ਸਾਹਿਬ ਨਹੀਂ ਰੱਖੀ ਜਾਂਦੀ। ਆਪਣੇ ਦੁਨਿਆਵੀ ਸੰਸਕਾਰਾਂ ਨੂੰ ਕੋਈ ਜਿਵੇਂ ਮਰਜ਼ੀ ਮੰਨਦਾ ਰਹੇ, ਇੱਥੇ ਕੋਈ ਕਿਸੇ ਨੂੰ ਜ਼ੋਰ ਜ਼ਬਰਦਸਤੀ ਨਹੀਂ ਹੈ। ਹਾਂ ਠੀਕ ਹੈ, ਅਧਿਆਤਮਕ ਦੇ ਪੱਖ ਤੋਂ ਨਰੋਲ ਸਾਫ਼ ਹੋਣਾ ਚਾਹੀਦਾ ਬੰਦਾ। ਜਿਹੜਾ ਅਧਿਆਤਮ ਬਿਰਤੀ ਤੋਂ ਗਿਰਿਆ ਹੋਇਆ ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ। ਸਮਾਜਿਕ ਉਹਦੇ ਕਿਰਿਆ ਕਲਾਪ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੇ ਨਹੀਂ ਹੋਣੇ ਚਾਹੀਦੇ। ਬਾਕੀ ਉਹ ਜਿਹੜੇ ਸੰਸਕਾਰਾਂ ਨੂੰ ਅਪਣਾਵੇ ਭਲਾ ਹੀ ਆ। ਭਗਤ ਕਬੀਰ ਸਾਹਿਬ ਜੀ ਵੀ ਇਸਲਾਮ ਧਰਮ ਦੇ ਸੀ, ਬਾਬਾ ਫਰੀਦ ਸਾਹਿਬ ਜੀ ਵੀ ਇਸਲਾਮ ਦੇ ਅਨੁਯਾਈ ਸੀ। ਸੋ ਇਸ ਕਰਕੇ ਇਸ ਪ੍ਰਕਾਰ ਦੀ ਕੋਈ ਤਰਕ ਕੋਈ ਸ਼ੰਕਾ ਨਹੀਂ ਹਿਰਦੇ ਦੇ ਵਿੱਚ ਹੋਣੀ ਚਾਹੀਦੀ। ਇਹ ਉਹਨਾਂ ਦੇ ਆਪਣੇ ਰੀਤੀ ਰਿਵਾਜ ਸੀ, ਪਰ ਉਹਨਾਂ ਨੇ ਅੱਖੋਂ ਪਰੋਖੇ ਕਰਕੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਕਮਾਈ ਭਾਵਨਾ ਦੇ ਨਾਲ। ਇਸ ਕਰਕੇ ਜਿਹੜੇ ਸੇਵਾ ਕਮਾਉਂਦੇ ਆ ਉਹ ਪ੍ਰਧਾਨ ਹੈ। ਅਤੇ ਦੂਜੀ ਗੱਲ ਇਹ ਆ ਵੀ ਸਰੀਰ ਜਦੋਂ ਸਵਾਸ ਨਹੀਂ ਰਹਿੰਦੇ, ਇਹਦੇ ਵਿੱਚ ਸੰਬੰਧ ਨਹੀਂ ਰਹਿੰਦਾ ਸਰੀਰ ਦਾ ਜੀਵ ਆਤਮਾ ਦੇ ਨਾਲ, ਫਿਰ ਸਰੀਰ ਨੂੰ ਦਫਨਾਇਆ ਜਾਵੇ, ਸੰਸਕਾਰਿਆ ਜਾਵੇ ਜਾਂ ਜਲ ਪ੍ਰਵਾਹ ਕਰ ਦਿੱਤਾ ਜਾਵੇ, ਕੀ ਫਰਕ ਪੈਂਦਾ ਹੈ। ਪਰ ਸਿੱਖੀ ਦੀ ਸੰਸਕਾਰ ਕਿਰਿਆ ਜਿਹੜੀ ਹੈ, ਖਾਲਸੇ ਪੰਥ ਨੇ ਜੋ ਨੀਅਤ ਕੀਤੀ ਹੈ ਉਹ ਇਹੀ ਹੈ ਵੀ ਸੰਸਕਾਰ ਕਰਨਾ ਹੈ, ਅਗਨ ਦਾ ਕਰਨਾ ਇਸ ਸਰੀਰ ਨੂੰ। ਸਿੰਘ ਵਾਸਤੇ ਸਿੱਖ ਵਾਸਤੇ ਇਹ ਜ਼ਰੂਰੀ ਹੈ, ਕਿਉਂਕਿ ਇਹ ਪੰਥ ਨੇ ਨੀਅਤ ਕੀਤਾ ਹੈ। ਜਿਹੜਾ ਖਾਲਸੇ ਪੰਥ ਦਾ ਅਨੁਯਾਈ ਹੈ
ਮੰਨਣ ਵਾਲਾ, ਸਿੱਖੀ ਨੂੰ ਮੰਨਣ ਵਾਲਾ, ਉਹਨੂੰ ਜ਼ਰੂਰੀ ਹੈ। ਹਾਂ, ਜੇ ਕੋਈ ਬਾਹਰੋਂ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼ ਲੈ ਕੇ ਆਪਦੇ ਧਰਮ ਦਾ ਨਿਭਾਅ ਆਪਣੇ ਧਰਮ ਦੇ ਨਿਯਮਾਂ ਮੁਤਾਬਕ ਨਿਭਾਉਂਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਂਦਾ ਹੈ, ਉਹਦੇ ਵਿੱਚ ਕੋਈ ਗੁਨਾਹ ਨਹੀਂ, ਕਿਉਂਕਿ ਉਪਦੇਸ਼ ਚਾਹੋ ਵਰਨਾ ਕੋ ਸਾਂਝਾ, ਉਹ ਆਪਦੇ ਰੀਤੀ ਰਿਵਾਜ ਦੇ ਮੁਤਾਬਕ ਵੀ ਚੱਲ ਸਕਦਾ ਹੈ। ਇਹ ਹੀ ਗੁਰਮਤਿ ਹੈ। ਸੋ ਇਸ ਤਰੀਕੇ ਦੇ ਨਾਲ ਉਹਨਾਂ ਦਾ ਅੰਤਮ ਸੰਸਕਾਰ ਹੋਇਆ, ਅੰਤਮ ਕਿਰਿਆ ਹੋਈ। ਇਸ ਪ੍ਰਕਾਰ ਕਰ ਤਾਹੇ ਚਲਾਣਾ। ਇਸ ਤਰੀਕੇ ਦੇ ਨਾਲ ਭਾਈ ਬਾਬਕ ਨੇ ਅਕਾਲ ਚਲਾਣਾ ਕੀਤਾ, ਸੰਸਾਰ ਨੂੰ ਛੱਡ ਗਏ ਹਨ ਜੀ। ਪਿਛੇ ਕਰਿਆ ਕਰੀ ਕਲ ਨਾਨਾ। ਫਿਰ ਉਹਨਾਂ ਦੇ ਸਾਰੇ ਕੁਲ ਦੀ ਜਿਹੜੀ ਰੀਤੀ ਸੀ ਉਹ ਸਾਰੀ ਨਿਭਾਈ ਗਈ। ਇਹ ਰੀਤੀਆਂ, ਇਹ ਧਰਮ, ਇੱਕ ਹੁੰਦਾ ਹੈ ਸਰਬਾਤਮ ਧਰਮ, ਸਾਰੀ ਮਨੁੱਖਤਾ ਦਾ ਧਰਮ ਜਿਹੜਾ ਸਾਂਝਾ ਸਭ ਦਾ, ਉਹ ਹੈ ਸਗਲ ਧਰਮ ਮਹਿ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਉਦੋਂ ਥੱਲੇ ਫਿਰ ਇੱਕ ਹੁੰਦਾ ਮਨੁੱਖ ਦਾ ਸਵੈ ਧਰਮ, ਆਪਣਾ ਧਰਮ ਕਿਸ ਤਰੀਕੇ ਦੇ ਨਾਲ ਨਿਭਾਉਣਾ ਉਹਨੇ। ਜਿਹੜਾ ਧਰਮੀ ਹੈ ਆਪਣੇ ਧਰਮ ਦੀ ਪ੍ਰਵਿਰਤੀ ਦੇ ਵਾਸਤੇ, ਆਪਦੇ ਧਰਮ ਦੇ ਨਿਰਵਾਹ ਦੇ ਵਾਸਤੇ ਉਹਦੇ ਨਿੱਜੀ ਕੌਤਕ ਕੀ ਹੋਣ, ਆਪਣੇ ਧਰਮ ਨੂੰ ਨਿਭਾਉਂਦੇ ਆ, ਇਹ ਉਸ ਮਨੁੱਖ ਦੀ ਵਿਚਾਰ ਹੋਣੀ ਚਾਹੀਦੀ ਹੈ। ਔਰ ਇਸੇ ਤਰੀਕੇ ਦੇ ਨਾਲ ਕੁਝ ਸਮਾਜ ਦੀਆਂ ਰੀਤੀਆਂ ਹੁੰਦੀਆਂ, ਸਮਾਜਿਕ ਧਰਮ ਹੁੰਦੇ, ਕੁਝ ਕੁਲ ਦੀਆਂ ਰੀਤੀਆਂ ਹੁੰਦੀਆਂ ਜਿਹੜੀਆਂ ਪੁਰਾਣੀਆਂ ਵੱਡਿਆਂ ਵਡੇਰਿਆਂ ਤੋਂ ਚੱਲੀਆਂ ਆਉਂਦੀਆਂ। ਸੋ ਕੁਝ ਸਮਾਜ ਦੀਆਂ ਰੀਤੀਆਂ ਹੁੰਦੀਆਂ। ਸੋ ਜਿਹੜੀਆਂ ਉਹਨਾਂ ਦੀਆਂ ਕੁਲ ਦੀਆਂ ਰੀਤੀਆਂ ਸੀ ਉਹ ਵੀ ਸਾਰੀਆਂ ਨਿਭਾਈਆਂ ਗਈਆਂ। ਕਿੰਨੇ ਇੱਕ ਦਿਨ ਜਦੋਂ ਉਹਨਾਂ ਨੂੰ ਸਰੀਰ ਛੱਡਿਆਂ ਨੂੰ ਬਤੀਤ ਹੋ ਗਏ ਜੀ। ਉਹਨਾਂ ਦੇ ਪੁੱਤਰਾਂ ਨੇ ਸਾਰੀ ਵਿਧੀ ਕੀਤੀ ਜਿਵੇਂ ਉਹਨਾਂ ਦੇ ਧਰਮ ਦੇ ਮੁਤਾਬਕ ਸੀ। ਤਦੋਂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਚੰਗਾ ਦਿਨ ਜਾਣ ਕਰਕੇ ਕਿ ਬਿਨਾਂ ਕੀਰਤਨ ਤੋਂ ਇਹ ਜਿਹੜਾ ਦੀਵਾਨ ਹੈ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਹਜ਼ੂਰ ਸੱਜਿਆ। ਔਰ ਇਸ ਦੀਵਾਨ ਦੀ ਸਮਾਪਤੀ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਇੱਕ ਸੁੰਦਰ ਦਸਤਾਰ ਤੇ ਇੱਕ ਸੁੰਦਰ ਦਸ਼ਾਲਾ ਭੇਜਿਆ ਹੈ ਜੀ। ਗੁਰੂ ਘਰ ਦੇ ਪ੍ਰੋਹਤ ਦੇ ਹੱਥ ਦੇ ਕਰਕੇ ਭੇਜਿਆ, ਸੇਵਾਦਾਰ ਦੇ ਹੱਥ ਦੇ ਕਰਕੇ ਭੇਜਿਆ। ਪ੍ਰੋਹਤ ਨੇ ਵਾਹਿਗੁਰੂ ਸੇਵਾਦਾਰ ਦੇ ਹੱਥ ਦੇ ਕੇ ਭੇਜਿਆ। ਸੋ ਇਸ ਤਰੀਕੇ ਦੇ ਨਾਲ ਚਤਰ ਸੁਤਨ ਕੋ ਦੇ ਕਰ ਧੀਰ, ਇਹਦੇ 4 ਸੁਪੁੱਤਰ ਸੀ ਬਾਬਾ ਬਾਬਕ ਜੀ ਦੇ। 4 ਪੁੱਤਰਾਂ ਨੂੰ ਧੀਰਜ ਦਿੱਤੀ, ਹੌਸਲਾ ਦਿੱਤਾ ਆਪਦੇ ਵੱਲੋਂ ਸੱਚੇ ਪਾਤਸ਼ਾਹ ਨੇ। ਇਹ ਸ਼ੁਭ ਬੋਲ ਭੇਜੇ ਕਿ ਸਾਰੇ ਦੇ ਸਾਰੇ ਜਿਹੜੇ ਸਰੀਰ ਹੈ ਬਿਨਸਨਹਾਰੀ ਹੈ, ਮਿਟ ਜਾਣ ਵਾਲੇ ਹੈ, ਇਹ ਸਾਰੇ ਦੇ ਸਾਰੇ ਫਨਾ ਹੋ ਜਾਣਗੇ, ਕਿਸੇ ਨੇ ਵੀ ਇੱਥੇ ਸਥਿਰ ਨਹੀਂ ਰਹਿਣਾ। ਇਉਂ ਸਤਿਗੁਰਾਂ ਦੇ ਭੇਜੇ ਹੋਏ ਸੇਵਕ ਨੇ ਇਹ ਵਚਨ ਸੁਣਾ ਕਰਕੇ ਇੱਕ ਸਰੂਪਾ ਦਿੱਤਾ ਜੋ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ। ਔਰ ਕਿਹਾ ਇਹ ਜਿਹੜੀ ਨਵੀਂ ਪੱਗ ਹੈ, ਜਿਹੜੀ ਨਵੀਂ ਦਸਤਾਰ ਸਤਿਗੁਰਾਂ ਨੇ ਭੇਜੀ ਹੈ, ਇਹ ਵੀ ਆਪਣੇ ਸੀਸ ਦੇ ਉੱਪਰ ਸਜਾਓ ਜੀ। ਦੁੱਖ ਮਿਟਾਵੋ ਆਪਣੇ ਹਿਰਦੇ ਦਾ ਤੇ ਵਾਹਿਗੁਰੂ ਗੁਰਮੰਤਰ ਨੂੰ ਹਿਰਦੇ ਦੇ ਵਿੱਚ ਵਸਾ ਕੇ ਰੱਖੋ, ਪਰਮੇਸ਼ਰ ਦੇ ਨਾਮ ਨੂੰ। ਇਹ ਦਸਤਾਰ ਸਾਡੀ ਸੰਸਕ੍ਰਿਤੀ ਸੀ। ਇਸ ਧਰਤੀ ਤੇ ਰਹਿਣ ਵਾਲਾ ਚਾਹੇ ਕੋਈ ਮੁਸਲਮਾਨ ਸੀ, ਚਾਹੇ ਹਿੰਦੂ ਸੀ, ਚਾਹੇ ਕੋਈ ਵੀ ਸੀ, ਜਿਹੜਾ ਇੱਥੋਂ ਦਾ ਮੂਲ ਨਿਵਾਸੀ ਸੀ ਉਹ ਪੱਗ ਜ਼ਰੂਰ ਬੰਨ੍ਹਦਾ ਸੀ ਪਹਿਲਾਂ। ਇਹ ਸਾਡੀ ਸੰਸਕ੍ਰਿਤੀ ਸੀ। ਇਸੇ ਕਰਕੇ ਗੁਰੂ ਘਰ ਦੇ ਵਿੱਚ ਟੋਪੀ ਪਾ ਕੇ ਆਉਣਾ ਮਨ੍ਹਾ ਹੈ, ਕਿਉਂਕਿ ਸਾਡੀ ਸੰਸਕ੍ਰਿਤੀ ਨਹੀਂ ਹੈ। ਅਸੀਂ ਆਪਣੀ ਪੁਰਾਤਨ ਮਰਿਆਦਾ ਨੂੰ ਮੰਨਦੇ ਹਾਂ ਜਿਹੜੀ ਆਦਿ ਕਾਲ ਤੋਂ ਚੱਲੀ ਆਉਂਦੀ ਹੈ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੀ ਸੰਸਕ੍ਰਿਤੀ ਦੀ ਧਰੋਹਰ ਹੈ, ਮੂਲ ਹੈ। ਜੇ ਅਸੀਂ ਆਪਣੇ ਗੁਰੂ ਦੇ ਹਜ਼ੂਰ ਹੀ, ਜਿਨ੍ਹਾਂ ਨੇ ਸਾਨੂੰ ਇਹ ਸੰਸਕ੍ਰਿਤੀ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਸਾਨੂੰ ਇਹ ਬਖਸ਼ਿਸ਼ਾਂ 'ਤੇ ਦ੍ਰਿੜ ਰੱਖਿਆ ਸਾਡੇ ਮੂਲ ਸਰੋਤਾਂ 'ਤੇ, ਉਹਨਾਂ ਦੇ ਸਾਹਮਣੇ ਆਪਣੇ ਮੂਲ ਸਰੋਤ ਤਿਆਗੀਏ ਤਾਂ ਫਿਰ ਖੁਸ਼ੀ ਨਹੀਂ ਹੁੰਦੀ। ਇਸ ਕਰਕੇ ਆਪਾਂ ਟੋਪੀ ਪਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਨਹੀਂ ਆਉਂਦੇ, ਨਾ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ। ਸਤਿਗੁਰਾਂ ਦੇ ਬੋਲ ਹੈ, ਹੋਏ ਸਿੱਖ ਸਿਰ ਟੋਪੀ ਧਰੈ, 7 ਜਨਮ ਕੁਸ਼ਟੀ ਹੋਏ ਮਰੈ। ਐਡੇ ਸਖਤ ਬੋਲ ਹੈ। ਸੋ ਇਸ ਕਰਕੇ
ਇਹ ਜਾਣਕਾਰੀ ਹਿੱਤ ਦੱਸ ਰਿਹਾ, ਮੇਰਾ ਕੋਈ ਕਿਸੇ ਤੇ ਅਟੈਕ ਕਰਨ ਦੀ ਕੋਈ ਮਨਸ਼ਾ ਨਹੀਂ, ਸਭ ਦਾ ਆਪੋ ਆਪਣਾ ਮਨ ਹੁੰਦਾ ਹੈ। ਪਰ ਵਜ੍ਹਾ ਇਹ ਆ ਕਿਉਂਕਿ ਬਹੁਤ ਲੋਕ ਪੁੱਛਦੇ ਆ ਵੀ ਟੋਪੀ ਪਾ ਕੇ ਆਪਾਂ ਗੁਰੂ ਘਰ ਆ ਕਿਉਂ ਨਹੀਂ ਸਕਦੇ, ਕਾਰਨ ਕੀ ਹੈ? ਉਹਦਾ ਕਾਰਨ ਇਹ ਆ ਵੀ ਇਹ ਸਾਡੀ ਸੰਸਕ੍ਰਿਤੀ ਨਹੀਂ ਹੈ। ਸਾਡੀ ਸੰਸਕ੍ਰਿਤੀ ਪੱਗ ਦੀ ਹੈ। ਬਾਬਾ ਫਰੀਦ ਸਾਹਿਬ ਜੀ ਦੇ ਆਪਣੇ ਸ਼ੁਭ ਬੋਲ ਆਪ ਦੇ ਮੁਖਾਰਬਿੰਦ ਦੇ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ। ਇੱਥੋਂ ਇਹ ਵੀ ਗੱਲ ਸਾਬਤ ਹੁੰਦੀ ਹੈ ਵੀ ਪਹਿਲਾਂ ਇਸਲਾਮ ਧਰਮ ਦੇ ਅਨੁਯਾਈਆਂ ਦੇ ਵਿੱਚ ਵੀ ਪੱਗ ਬੰਨ੍ਹਣ ਦਾ ਰਿਵਾਜ ਪ੍ਰਚਲਿਤ ਸੀ, ਬੰਨ੍ਹਦੇ ਸੀ ਪੱਗ, ਚਾਹੇ ਕੋਈ ਵੀ ਹੋਵੇ, ਜਾਤੀ ਪਾਤੀ ਧਰਮ ਵਰਨ ਵੰਡ, ਪਗੜੀ ਸਾਰੇ ਅਪਣਾਉਂਦੇ ਸੀ। ਆਦਿ ਕਾਲ ਤੋਂ ਕੋਈ ਵੀ ਪੁਰਾਣੇ ਤੋਂ ਪੁਰਾਣਾ ਇਤਿਹਾਸ ਵਾਚ ਕੇ ਵੇਖ ਲਵੋ, ਸਾਰੇ ਪੱਗ ਹੀ ਬੰਨ੍ਹਦੇ ਸਨ। ਸੋ ਉਹ ਸਾਡੀ ਮੂਲ ਸੰਸਕ੍ਰਿਤੀ ਹੈ, ਸਾਡੀ ਮਿੱਟੀ ਦੀ। ਇਸ ਕਰਕੇ ਇਹ ਜ਼ਰੂਰੀ ਹੈ ਕਿ ਉਹ ਮੂਲ ਸੰਸਕਾਰ ਪੈਦਾ ਰੱਖੇ ਜਾਣ, ਜਿਹੜੇ ਮੂਲ ਸੰਸਕਾਰ ਸਾਡੀ ਪਛਾਣ ਹੈ। ਉਹ ਪਛਾਣ ਸਾਡੀ ਮਿਟਣੀ ਨਹੀਂ ਚਾਹੀਦੀ। ਜੇ ਅਸੀਂ ਆਪਣੀ ਪਛਾਣ ਹੀ ਮਿਟਾ ਚੁੱਕੇ ਤਾਂ ਫਿਰ ਜਿੰਨੀਆਂ ਮਰਜ਼ੀ ਤਰੱਕੀਆਂ ਕਰ ਲਈਏ ਸਭ ਖੇਹ ਹੋ ਜਾਂਦੇ ਆ। ਸਿਆਣੇ ਕਹਿੰਦੇ ਨਾ, ਕਰੀ ਕਹਿੰਦੇ ਹੰਸ ਦੀ ਤੇ ਕਾਂ ਦੀ ਸ਼ਰਤ ਲੱਗ ਗਈ ਸੀ। ਕਾਂ ਕਹਿੰਦਾ ਤੇਰੇ ਵਰਗਾ ਬਣਨਾ ਕਿਹੜਾ ਔਖਾ ਹੈ, ਬੋਲ ਚਾਲ ਰਹਿਣ ਸਹਿਣ ਹੀ ਸਿੱਖਣਾ। ਜੇ ਮੈਂ 20 ਦਿਨ ਮਾਨ ਸਰੋਵਰ 'ਚ ਰਹਿ ਗਿਆ, ਮੈਂ 20 ਦਿਨ ਉੱਥੇ ਹੀਰੇ ਮੋਤੀ ਖਾ ਲਏ, ਉੱਥੋਂ ਦਾ ਸਾਫ਼ ਪਾਣੀ ਪੀ ਲਿਆ, ਉੱਥੋਂ ਦੇ ਚੰਗੇ ਪਾਣੀ 'ਚ ਨਹਾ ਲਿਆ, ਤਾਂ ਮੈਂ ਵੀ ਹੰਸ ਹੀ ਬਣ ਜਾਣਾ। ਮੇਰੇ 'ਚ ਤੇ ਤੇਰੇ 'ਚ ਫਰਕ ਕੀ ਰਹਿ ਜਾਣਾ? ਹੰਸ ਕਹਿੰਦਾ ਚੱਲ ਤੂੰ ਕੋਸ਼ਿਸ਼ ਕਰ ਲੈ, ਪਰ ਮੇਰਾ ਤੇ ਇਹ ਮੰਨਣਾ ਹੈ ਵੀ ਜੇ ਆਪਾਂ ਆਪੋ ਆਪਣੀ ਮਰਿਆਦਾ ਦੇ ਵਿੱਚ ਰਹੀਏ ਉਹੀ ਚੰਗਾ ਹੈ। ਤੂੰ ਜਿਹੜੇ ਸਮਾਜ ਦੇ ਵਿੱਚ ਪਲਿਆ ਤੂੰ ਉੱਥੇ ਰਹਿ, ਮੈਂ ਜਿਹੜੇ ਸਮਾਜ ਦੇ ਵਿੱਚ ਪਲਿਆ ਮੈਂ ਉੱਥੇ ਰਵਾਂ। ਤੇ ਮੇਰੇ ਵੱਸ ਦੀ ਗੱਲ ਨਹੀਂ ਵੀ ਤੂੰ ਕਰ ਸਕਦਾ ਤੇ ਮਾਨ ਸਰੋਵਰ ਤਿਆਗ ਕੇ ਕੋਸ਼ਿਸ਼ ਕਰ ਲੈ, ਪਰ ਮੈਨੂੰ ਕਰਨ ਦੀ ਲੋੜ ਨਹੀਂ। ਕਹਿੰਦੇ ਕਾਂ ਨਾਲ ਉੱਡ ਕੇ ਚਲਿਆ ਗਿਆ, ਹੰਸਾਂ ਦੀ ਬੋਲੀ ਸਿੱਖਣ ਲੱਗਿਆ ਸੀ ਤੇ ਆਪਦੀ ਵੀ ਭੁੱਲ ਗਿਆ। ਕਾਂ ਕਾਂ ਕਰਨੀ ਵੀ ਭੁੱਲ ਗਿਆ, ਹੰਸਾਂ ਦੇ ਵਾਂਗੂ, ਤੇ ਉਹਨੇ ਕੀ ਬੋਲ ਬੋਲਣੇ ਸੀ। ਸੋ ਅਸੀਂ ਕਿਤੇ ਉਸ ਵਹਿਮ ਦਾ ਸ਼ਿਕਾਰ ਨਾ ਹੋਈਏ ਵੀ ਦੂਸਰਿਆਂ ਵਾਂਗੂ ਬਣਦੇ ਬਣਦੇ ਅਸੀਂ ਆਪਣਾ ਮੂਲ ਭੂਤ ਸਰੂਪ ਵੀ ਗਵਾ ਕੇ ਬਹਿ ਜਾਈਏ ਤੇ ਰਹੀਏ ਨਾ ਧੋਬੀ ਦੇ ਤੇ ਨਾ ਘਰ ਦੇ। ਉਹ ਗੱਲ ਨਾ ਹੋ ਜਾਵੇ ਸਾਡੇ ਨਾਲ। ਸੋ ਇਹੀ ਗੱਲ ਸਾਡੇ ਗੁਰੂ ਨੇ ਸਾਨੂੰ ਸੁਝਾਈ ਹੈ। ਸੋ ਭਾਈ ਬਾਬਕ ਦੇ ਪੁੱਤਰਾਂ ਨੂੰ ਵੀ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸਰੂਪਾਉ ਦਸਤਾਰ ਭੇਜੀ ਹੈ ਜੀ। ਕਹਿਣ ਲੱਗਾ ਸੇਵਕ ਗੁਰੂ ਦਾ, ਗੁਰੂ ਸਾਹਿਬ ਜੀ ਦੀ ਸੇਵਾ ਕਰਨੀ ਔਰ ਸਦਾ ਗੁਰੂ ਘਰ ਦੇ ਵਿੱਚ ਤੁਸੀਂ ਵਸਦੇ ਰਹਿਣਾ। ਆਪਣੇ ਸਰੀਰ ਦੇ ਉੱਪਰ ਇਹ ਸੁੰਦਰ ਦਸ਼ਾਲਾ ਧਾਰਨ ਕਰ ਲਵੋ ਹੁਣ, ਔਰ ਗੁਰੂ ਸਾਹਿਬ ਜੀ ਦੀ ਸੱਜੀ ਹੋਈ ਸਭਾ ਦੇ ਵਿੱਚ ਸੰਗਤ ਦੇ ਵਿੱਚ ਤੁਸੀਂ ਜਾ ਕਰਕੇ ਕੀਰਤਨ ਕਰਨਾ ਹੈ। ਜਦੋਂ ਇਹ ਬਚਨ ਸੁਣੇ ਬਾਬਕ ਦੇ ਪੁੱਤਰ ਨੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਇਆ ਵੇਖੀ। ਉਸੇ ਸਮੇਂ ਆਪਣੇ ਮਨ ਤੋਂ ਸਾਰਾ ਸ਼ੋਕ ਛੱਡ ਦਿੱਤਾ, ਨਿਰਵਿਰਤ ਕਰ ਦਿੱਤਾ ਹੈ, ਮਨ ਹਲਕਾ ਹੋ ਗਿਆ। ਗਰੀਬ ਨਵਾਜ ਗੁਰੂ ਸਾਹਿਬ ਜੀ ਦੀ ਭੇਜੀ ਹੋਈ ਪੱਗ ਇਸ ਨੇ ਬਣਾ ਸਵਾਰ ਕੇ ਸਿਰ ਤੇ ਬੰਨੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਭੇਜੇ ਹੋਏ ਸੋਹਣੇ ਵਸਤਰ ਭੇਜ ਪਹਿਰ ਕਰਕੇ ਪ੍ਰਸੰਨ ਹੋਇਆ ਜੀ। ਔਰ ਆਪਣੇ ਹੱਥਾਂ ਦੇ ਵਿੱਚ ਸਾਜ ਧਾਰਨ ਕੀਤੇ, ਆਪਣੇ ਪਿਤਾ ਦੇ ਵਾਂਗੂ ਸਤਿਗੁਰਾਂ ਦੇ ਹਜ਼ੂਰ ਪਹੁੰਚੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪ੍ਰਾਪਤ ਕੀਤੇ ਸੱਜੀ ਹੋਈ ਸਭਾ ਵਿੱਚ। ਖੜੇ ਹੋ ਕਰਕੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਕਰਨ ਲੱਗੇ ਹਨ। ਇੱਥੋਂ ਆਰੰਭਤਾ ਕੀਤੀ ਕਿ ਇਹ ਗੁਰੂ ਸਾਹਿਬ ਜੀ ਆਪ ਜੀ ਸੋਢੀਆਂ ਦੀ ਕੁਲ ਦੇ ਸੁਲਤਾਨ ਹੋ, ਸ਼੍ਰੋਮਣੀ ਹੋ, ਸ੍ਰੇਸ਼ਟ ਹੋ। ਤੁਸੀਂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਪੋਤਰੇ ਹੋ ਜੀ। ਦੀਨ ਦੁਨੀਆ ਦੇ ਥੰਮ ਤੁਸੀਂ, ਇਹ ਲੋਕ ਪਰਲੋਕ ਤੁਹਾਡੇ ਆਸਰੇ ਖਲੋਤਾ ਹੋਇਆ। ਇਹ ਸਾਰਾ ਭਾਰ
ਤੁਸੀਂ ਆਪਣੇ ਬਲ ਦੇ ਨਾਲ ਝੱਲਿਆ ਹੋਇਆ ਜੀ। ਸ੍ਰੀ ਅਰਜਨ ਸਬਦ ਜੋਧਾ ਬਲੀ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਸੁਪੁੱਤਰ ਹੋ, ਮਹਾਨ ਯੋਧੇ ਹੋ, ਬਹੁਤ ਭਾਰੀ ਬਲਵਾਨ ਹੋ। ਤੁਰਕ ਮਾਰ ਕਰ ਕੀਰਤ ਭਲੇ ਤੁਰਕਾਂ ਨੂੰ ਮਾਰ ਕਰਕੇ ਜੰਗਾਂ ਦੇ ਵਿੱਚ ਖਪਾ ਕਰਕੇ ਤੁਸੀਂ ਆਪਣੀ ਵਡਿਆਈ ਚਾਰ ਚੁਫੇਰੇ ਫੈਲਾ ਦਿੱਤੀ ਹੈ। ਤੁਹਾਨੂੰ ਬਹੁਤ ਭਾਰੀ ਜਸ ਪ੍ਰਾਪਤ ਹੋਇਆ। ਪੀਰੀ ਕੋ ਵੱਡ ਥੰਬਾ ਮੇਰੀ ਅਤੇ ਪੀਰੀ ਦੋਵਾਂ ਦੇ ਤੁਸੀਂ ਵੱਡੇ ਥੰਮ ਆਸਰੇ ਹੋ ਸੱਚੇ ਪਾਤਸ਼ਾਹ। ਵਿਖਕਾਰ ਮਨ ਕਰਮ ਸਭ ਜਗਤ ਚੰਗਾ ਤੁਹਾਡੇ ਪਰਾਕਰਮ ਨੂੰ ਵੇਖ ਕੇ, ਤੁਹਾਡੇ ਸਰੀਰਕ ਬਾਹੂਬਲ ਨੂੰ ਵੇਖ ਕੇ ਸਾਰਾ ਸੰਸਾਰ ਹੈਰਾਨ ਹੋ ਰਿਹਾ ਸੱਚੇ ਪਾਤਸ਼ਾਹ ਜੀ। ਮੁਗਲ ਸਥਾਨ ਜੰਗ ਕਰ ਮਾਰਿਓ ਮੁਗਲਸ ਖਾਨ ਵਰਗੇ ਤੁਰਕ ਬੜੇ ਜਰਨੈਲ ਨੂੰ ਜੰਗ ਦੇ ਵਿੱਚ ਜੰਗ ਕਰਕੇ ਤੁਸੀਂ ਵਿਨਾਸ਼ ਕਰ ਦਿੱਤਾ ਹੈ। ਅਬਦੁਲ ਖਾਨ ਜਗ ਜਮੂ ਸੰਘਾਰਿਓ ਅਬਦੁਲ ਖਾਨ ਵਰਗੇ ਯੋਧੇ ਨੂੰ, ਅਭਿਮਾਨੀ ਨੂੰ ਉਹਦੀ ਫੌਜ ਦੇ ਸਮੇਤ ਮਿੱਟੀ ਵਿੱਚ ਮਿਲਾ ਸੁੱਟਿਆ ਸੱਚੇ ਪਾਤਸ਼ਾਹ। ਲਲਾ ਵੇਗ ਸਹਿ ਕੰਬਰ ਘਾਤੀ ਲਲਾ ਬੇਗ ਤੇ ਉਹਦੇ ਸਹਾਇਕ ਕੰਬਰ ਬੇਗ ਵਰਗੇ ਵੱਡੇ ਵੱਡੇ ਬਲੀ ਜਿਹੜੇ ਸੀ, ਸਾਫ ਤੇ ਬੱਕਰੇ ਖਾ ਜਾਣ ਵਾਲੇ, ਚਾਟੀ ਚਾਟੀ ਸ਼ਰਾਬ ਇੱਕੇ ਵੀਰ ਪੀ ਜਾਣ ਵਾਲੇ, ਐਡੇ ਐਡੇ ਜਿਹੜੇ ਬਲਵਾਨ ਬਲ ਦਾ ਘਰ ਸੀ, ਉਹ ਵੀ ਤੁਹਾਡੇ ਸਾਹਮਣੇ ਖਲੋ ਨਾ ਸਕੇ, ਵਿਨਾਸ਼ ਕਰ ਦਿੱਤਾ ਉਹਨਾਂ ਪਾਪੀਆਂ ਦਾ ਤੁਸੀਂ। ਸਾਹੋ ਜਹਾਂ ਕੀ ਦਾਮਸ ਛਾਤੀ ਔਰ ਬਾਦਸ਼ਾਹ ਸ਼ਾਹਜਹਾਨ ਦੀ ਛਾਤੀ ਜੋ ਹਿੱਕ ਹੈ ਸਾੜ ਕੇ ਰੱਖ ਦਿੱਤੀ ਹੈ ਤੁਸੀਂ ਸੱਚੇ ਪਾਤਸ਼ਾਹ ਜੀ। ਲੂਣ ਹਰਾਮੀ ਪੈਂਦਾ ਭਾਇਓ ਲੂਣ ਹਰਾਮੀ ਹੋ ਗਿਆ ਸੀ ਪੈਂਦੇ। ਖਾਨ ਬੜਾ ਬਲੀ ਸੀ, ਘੋੜ ਸਵਾਰ ਸਮੇਤ ਘੋੜਾ ਚੁੱਕ ਕੇ ਭੱਜ ਜਾਂਦਾ ਸੀ, ਇੰਨਾ ਬਲੀ ਸੀ। ਉਹਨੂੰ ਵੀ ਤੁਸੀਂ ਮਾਰ ਦਿੱਤਾ, ਆਪਣੇ ਹੱਥੀਂ ਪਾਲਿਆ, ਬਲੀ ਬਣਾਇਆ। ਜਦੋਂ ਜੰਗ ਦੇ ਵਿੱਚ ਤੁਹਾਡਾ ਵਿਰੋਧੀ ਹੋਇਆ, ਉਹਦਾ ਵੀ ਵਿਨਾਸ਼ ਕਰ ਦਿੱਤਾ ਹੈ। ਤੁਹਾਡਾ ਪਾਲਿਆ ਹੋਇਆ ਸੀ, ਤੁਹਾਡੇ ਨਾਲ ਹੀ ਜੰਗ ਕਰਨ ਵਾਸਤੇ ਆ ਗਿਆ ਜੀ। ਕੋਈ ਵੈਰੀ ਤੁਹਾਡੇ ਸਾਹਮਣੇ ਨਹੀਂ ਅੜ ਸਕਿਆ, ਲੱਖਾਂ ਦੀ ਗਿਣਤੀ ਦੇ ਵਿੱਚ ਵੈਰੀਆਂ ਨੂੰ ਮਾਰ ਕਰਕੇ ਮੁਕਾ ਦਿੱਤਾ ਹੈ। ਆਪਣੇ ਮਨ ਦਾ ਮਾਣ ਹਾਰ ਕੇ, ਹੰਕਾਰ ਹਾਰ ਕੇ ਬਾਦਸ਼ਾਹ ਸ਼ਾਹਜਹਾਂ ਵੀ ਚੁੱਪ ਧਾਰ ਕੇ ਬੈਠ ਗਿਆ ਜੀ। ਕਿਹੜਾ ਕਿਹੜਾ ਗੁਣ ਆਪ ਜੀ ਦਾ ਕਹਿ ਕਰਕੇ ਦੱਸੀਏ ਸੱਚੇ ਪਾਤਸ਼ਾਹ। ਅਸੀਂ ਕੀ ਹਾਂ ਵਿਚਾਰੇ ਜੀਵ, ਜਿਹੜੇ ਇਸ ਚੰਮ ਦੀ ਇੱਕ ਜ਼ਬਾਨ ਦੇ ਨਾਲ ਤੁਹਾਡੀ ਵਡਿਆਈ ਕਰੀਏ। ਸ਼ੇਸ਼ ਨਾਗ ਸਾਰਦਾ ਜਿਹੜੀ ਸਰਸਵਤੀ ਵਿਦਿਆ ਦੀ ਦੇਵੀ ਮੰਨੀ ਜਾਂਦੀ ਹੈ, ਉਹ ਵੀ ਜੇ ਆਪ ਜੀ ਦੇ ਗੁਣਾਂ ਦਾ ਵਿਖਿਆਨ ਕਰਨ ਲੱਗ ਜਾਵੇ ਤਾਂ ਉਹ ਵੀ ਅੰਤ ਪਾਰਾਵਾਰ ਨਹੀਂ ਪਾ ਸਕਦੀ। ਆਪ ਜੀ ਦੇ ਐਡੇ ਸ਼ੁਭ ਗੁਣ, ਆਪ ਜੀ ਦੀ ਐਡੇ ਵੱਡੇ ਪਰ ਉਪਕਾਰ ਮਹਾਨ ਆਪ ਜੀ ਦਾ ਜਸ ਹੈ। ਮਹਾਰਾਜ ਸੱਚੇ ਪਾਤਸ਼ਾਹ ਉਹ ਵੀ ਤੁਹਾਡਾ ਜਸ ਕਹਿ ਕੇ ਆਪਣੇ ਦਰਬਾਰ ਦੇ ਵਿੱਚ ਬੈਠੇ ਹੋਏ ਆ। ਜੇ ਸਰਸਵਤੀ ਬੈਠੀ ਹੋਈ ਆਪਣੀ ਜਗ੍ਹਾ ਤੇ, ਤੁਹਾਡੇ ਜਸ ਆਸ ਰਹੀ ਆ। ਜੇ ਸ਼ੇਸ਼ ਨਾਗ ਬੈਠਾ ਹੋਇਆ ਸਮੁੰਦਰ ਦੇ ਵਿੱਚ, ਧਰਤੀ ਦਾ ਭਾਰ ਚੱਲ ਰਿਹਾ ਦੱਸੀਦਾ, ਉਹ ਵੀ ਤੁਹਾਡੇ ਆਸਰੇ ਆ। ਤੁਹਾਡੇ ਜਸ ਦੇ ਆਸਰੇ ਆ, ਤੁਹਾਡੀ ਵਡਿਆਈ ਨੇ ਉਹਨਾਂ ਨੂੰ ਸਥਿਰ ਕੀਤਾ ਹੋਇਆ ਜੀ। ਇਉਂ ਸਤਿਗੁਰਾਂ ਦੀ ਵਡਿਆਈ ਕਰਕੇ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕੀਤੀ। ਫਿਰ ਸਤਿਗੁਰਾਂ ਦੇ ਸਨਮੁਖ ਕੀਰਤਨ ਕਰਨ ਲੱਗ ਪਏ। ਅਨੇਕਾਂ ਤਰੀਕਿਆਂ ਦੇ ਰਾਗਾਂ ਦੇ ਵਿੱਚ ਗਾਇਨ ਕੀਤਾ ਸਤਿਗੁਰਾਂ ਦਾ ਜਸ ਇਹਨਾਂ ਨੇ। ਸਾਰੀ ਸਭਾ ਦੇ ਸਮੇਤ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰਸੰਨ ਕਰ ਲਿਆ ਆਪਣੀ ਕੀਰਤਨ ਵਿਦਿਆ ਦਿਖਾ ਕਰਕੇ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਵੀ ਇਹਨਾਂ ਦੇ ਉੱਪਰ ਉਸੇ ਸਮੇਂ ਭਾਰੀ ਖੁਸ਼ੀ ਕੀਤੀ। ਹਿਰਦੇ ਦੇ ਵਿੱਚ ਬਹੁਤ ਪ੍ਰਸੰਨ ਹੋਏ ਇਹਨਾਂ ਦਾ ਸੁੰਦਰ ਕੀਰਤਨ ਸ਼ਰਵਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਇਸੇ ਤਰੀਕੇ ਹਰ ਰੋਜ਼ ਆਪਣੇ ਪਿਤਾ ਦੀ ਨਿਆਈ ਭਾਈ ਬਾਬਕ ਦੇ ਜਿਹੜੇ ਸੁਪੁੱਤਰ ਸੀ, ਹਰ ਰੋਜ਼ ਸਤਿਗੁਰਾਂ ਦੇ ਸਨਮੁਖ ਸਵੇਰੇ ਸ਼ਾਮ ਲੱਗੇ ਹੋਏ ਦੀਵਾਨਾਂ ਵਿੱਚ ਕੀਰਤਨ ਗਾਇਨ ਕਰਨ ਲੱਗ ਪਏ ਜੀ। ਹਰ ਰੋਜ਼ ਆਉਂਦੇ ਆ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ, ਔਰ ਸਵੇਰੇ ਸ਼ਾਮ ਕੀਰਤਨ ਦੀ ਚੌਂਕੀ ਲਾਉਂਦੇ ਹਨ। ਇਸ ਪ੍ਰਕਾਰ ਦੇ ਨਾਲ ਸ਼੍ਰੋਮਣੀ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ
ਕੀਰਤਪੁਰ ਸਾਹਿਬ ਦੇ ਵਿੱਚ ਸ਼ੁਭ ਸਮਾਂ ਬਤੀਤ ਕੀਤਾ ਹੈ ਜੀ। ਨਮਰੇ ਸ੍ਰੀ ਹਰਿ ਰਾਏ ਰੱਖਾ ਕਹੇ ਸਨਹਿ ਨਵੀਨਾ। ਗਰੀਬ ਨਵਾਜ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਨਿਮਰਤਾ ਦੇ ਸਮੇਤ ਵੇਖ ਕੇ, ਪ੍ਰੇਮ ਦੇ ਸਮੇਤ ਵੇਖ ਕੇ, ਭਾਵਨਾ ਦੇ ਸਮੇਤ ਵੇਖ ਕੇ ਹਰ ਰੋਜ਼ ਉਹਨਾਂ ਦੇ ਉੱਪਰ ਬਹੁਤ ਭਾਰੀ ਸਨੇਹ ਕਰਦੇ ਆ। ਇਹ ਸਨੇਹ, ਇਹ ਪ੍ਰੇਮ ਹਰ ਰੋਜ਼ ਵੱਧਦਾ ਹੀ ਜਾਂਦਾ ਹੈ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਉੱਪਰ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਖੁਸ਼ੀ ਕਰਕੇ ਆਪਣਾ ਸਰੀਰ ਛੱਡਣ ਦਾ ਸਮਾਂ ਨੇੜੇ ਜਾਣਿਆ ਹੈ। ਜਿਵੇਂ ਜਿਵੇਂ ਦਿਨ ਬੀਤਦੇ ਜਾ ਰਹੇ ਆ, ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਚਖੰਡ ਜਾਣ ਦਾ ਸਮਾਂ ਵੀ ਨੇੜੇ ਆਉਂਦਾ ਹੈ ਜੀ। ਤੇ ਜਿਵੇਂ ਜਿਵੇਂ ਸਮਾਂ ਨੇੜੇ ਆਉਂਦਾ ਹੈ ਸਰੀਰ ਤਿਆਗਣ ਦਾ, ਗੁਰਤਾ ਗੱਦੀ ਦੇ ਸਿੰਘਾਸਨ ਤੇ ਆਪਣੇ ਪੋਤਰੇ ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸੁਭਾਇਮਾਨ ਕਰਾਉਣ ਦੀ ਸੋਚਦੇ ਆ ਸਤਿਗੁਰੂ। ਕਿ ਗਰੀਬ ਨਵਾਜ ਤੇ ਸੋਚਾਂ ਵਿਚਾਰਾਂ ਤੋਂ ਪਰੇ ਹੈ, ਅੰਤਰਜਾਮੀ ਸਰਬੱਗ ਹੈ। ਸੋ ਜਾਣ ਕਰਕੇ ਹਿਰਦੇ ਦੇ ਵਿੱਚ ਧੀਰਜ ਧਾਰੀ ਔਰ ਹੋਰ ਸਾਰੇ ਗੁਣ ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਖ ਕਰਕੇ ਇਹ ਬਖਸ਼ਿਸ਼ ਗੁਰੂ ਹਰਿ ਰਾਏ ਸਾਹਿਬ ਜੀ ਦੇ ਉੱਪਰ ਕਰਨਾ ਚਾਹੁੰਦੇ ਹਨ। ਹਰ ਰੋਜ਼ ਲੋੜਵੰਦਾਂ ਨੂੰ ਸੱਚੇ ਪਾਤਸ਼ਾਹ ਆਪਣੇ ਪਾਸੋਂ ਦਾਨ ਪੁੰਨ ਦਿੰਦੇ ਹਨ। ਬਹੁਤ ਭਾਰੀ ਧਨ ਕੀਮਤੀ ਚੀਜ਼ਾਂ ਜਿੰਨੀਆਂ ਸਾਰੀਆਂ ਸੱਚੇ ਪਾਤਸ਼ਾਹ ਵੰਡ ਰਹੇ ਹਨ ਹੁਣ ਲੋੜਵੰਦਾਂ ਦੇ ਤਾਈਂ। ਰੰਗਾਂ ਬਰੰਗਾਂ ਦੇ ਜਿਹੜੇ ਧਾਰਨ ਕੀਤੇ ਹੋਏ ਸਰੀਰ ਦੇ ਵਸਤਰ ਜਿਹੜੇ ਬਣਵਾਏ ਹੋਏ ਸਿੱਖਾਂ ਨੇ ਭੇਟਾ ਕੀਤੇ ਹੋਏ ਆ, ਉਹ ਵੀ ਸੱਚੇ ਪਾਤਸ਼ਾਹ ਦਾਨ ਵਿੱਚ ਦਿੰਦੇ ਹਨ ਜੀ। ਔਰ ਬੜੇ ਬੜੇ ਬਲਵਾਨ ਘੋੜੇ ਕਾਠੀਆਂ ਸਮੇਤ ਕਸ ਕਸ ਕੇ ਕਾਠੀਆਂ ਸੱਚੇ ਪਾਤਸ਼ਾਹ ਸਿੱਖਾਂ ਨੂੰ ਦਿੰਦੇ ਆ, ਘੋੜਸਵਾਰੀ ਸਿੱਖਣ ਦੇ ਲਈ, ਜੰਗ ਦੇ ਅਭਿਆਸ ਦੇ ਲਈ। ਔਰ ਆਪਣੇ ਕਰ ਕਮਲਾਂ ਤੋਂ ਤਿੱਖੀਆਂ ਤਿੱਖੀਆਂ ਧਾਰਾਂ ਵਾਲੀਆਂ ਸੁੰਦਰ ਜਿਹੜੀਆਂ ਸ਼੍ਰੀ ਸਾਹਿਬਾਂ ਹਨ, ਉਹ ਵੀ ਬਹੁਤ ਸੁੰਦਰ ਸੁੰਦਰ ਤਿਆਰ ਕਰਵਾ ਕਰਕੇ ਬਹੁਤ ਭਾਰੀ ਗਿਣਤੀ ਦੇ ਵਿੱਚ ਜਿਹੜੀਆਂ ਸ਼੍ਰੀ ਸਾਹਿਬਾਂ ਨੂੰ ਪ੍ਰਾਪਤ ਕਰਕੇ ਵੇਖ ਕਰਕੇ ਸੂਰਮੇ ਜਿਹੜੇ ਕਾਇਰ ਹਨ, ਹਿਰਦੇ ਤੋਂ ਹੌਸਲੇ ਦੇ ਸਮੇਤ ਨਹੀਂ, ਜਿਹੜੇ ਦਲੇਰੀ ਦੇ ਸਮੇਤ ਨਹੀਂ, ਦਰਸ਼ਨ ਕਰਕੇ ਸ਼੍ਰੀ ਸਾਹਿਬਾਂ ਦੇ ਵਹਿ ਗਏ ਦਬ ਜਾਂਦੇ ਆ, ਉਹਨਾਂ ਨੂੰ ਪਸੀਨਾ ਆ ਜਾਂਦਾ। ਐਸੀਆਂ ਸੁੰਦਰ ਸ਼੍ਰੀ ਸਾਹਿਬਾਂ ਵੀ ਬਣਵਾ ਕੇ ਸਿੱਖਾਂ ਨੂੰ ਦਿੰਦੇ ਸਤਿਗੁਰੂ ਸੱਚੇ ਪਾਤਸ਼ਾਹ। ਔਰ ਜਿਨ੍ਹਾਂ ਸ਼੍ਰੀ ਸਾਹਿਬਾਂ ਦੀਆਂ ਧਾਰਾਂ ਨੂੰ ਪ੍ਰਾਪਤ ਕਰਕੇ ਆਪਦੇ ਸਰੀਰ ਤੇ ਸਹਾਰ ਕੇ ਜਿਹੜੇ ਨਿਡਰ ਬਲੇ ਯੋਧੇ ਆ, ਉਹ ਸੱਚਖੰਡ ਚਲੇ ਗਏ ਸ਼੍ਰੀ ਸਾਹਿਬਾਂ ਦੇ ਫੱਟ ਸਹਾਰ ਕੇ। ਐਸੀਆਂ ਸ਼੍ਰੀ ਸਾਹਿਬਾਂ ਬਖਸ਼ਿਸ਼ ਕਰਦੇ ਸਿੱਖਾਂ ਦੇ ਤਾਈਂ। ਇਸੇ ਤਰੀਕੇ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣੇ ਕਰ ਕਮਲਾਂ ਦੀ ਸ਼੍ਰੀ ਸਾਹਿਬ ਜਿਹੜੀ ਹਮੇਸ਼ਾ ਆਪਣੇ ਗਾਤਰੇ ਰੱਖਦੇ ਸੀ, ਤਿੱਖੀ ਧਾਰ ਵਾਲੀ, ਜਿਹੜੇ ਹਰ ਰੋਜ਼ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਦੁਸ਼ਮਣਾਂ ਤੇ ਵਗਦੀ ਹੈ, ਉਸੇ ਗਾਤਰੇ ਪਾਈ ਸ਼੍ਰੀ ਸਾਹਿਬ ਦੇ ਵਾਂਗੂ ਗਰੀਬ ਨਵਾਜ ਨੇ ਦਾਨ ਦੇਣ ਦੀ ਸ਼੍ਰੀ ਸਾਹਿਬ ਦੀ ਧਾਰ ਵੀ ਚਲਾ ਦਿੱਤੀ ਇੱਕ ਸਰ ਹਰ ਰੋਜ਼। ਐਸਾ ਕਹਿੰਦੇ ਦਾਨ ਕੀਤਾ ਕਿ ਦਰਿਦਰੀਆਂ ਦਾ ਦਲਿੱਦਰ ਗਵਾ ਦਿੱਤਾ, ਗਰੀਬਾਂ ਦੀ ਗਰੀਬੀ ਮਿਟਾ ਦਿੱਤੀ ਹੈ। ਦਸਾਂ ਦਿਸ਼ਾਵਾਂ ਦੇ ਵਿੱਚ ਫੈਲ ਗਿਆ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਪਾਵਨ ਜਸ, ਪਾਵਨ ਵਡਿਆਈ। ਸਾਰੇ ਲੋਕ ਸੱਚੇ ਪਾਤਸ਼ਾਹ ਤੋਂ ਦਾਨ ਪ੍ਰਾਪਤ ਕਰ ਕਰਕੇ ਗਰੀਬ ਨਵਾਜ ਦੇ ਉੱਚਤਮ ਗੁਣਾਂ ਨੂੰ ਗਾਇਨ ਕਰਕੇ ਨਿਹਾਲ ਹੁੰਦੇ ਹਨ, ਜੀਵਨ ਸਫਲ ਕਰਦੇ ਹੈ। ਸੋ ਇੱਥੋਂ ਤੱਕ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆਈ। ਵਿਚਾਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸਮਾਪਤੀ ਹੈ। ਤਥਾ ਦਾਨ ਧਾਰਾ ਕਰ ਕਰਕੇ ਦਸਦਨ ਚਲੀ ਜਾਵੇ ਇੱਕ ਸਰਕੇ, ਦੀਨਨ ਕੋ ਦਾਰਦ ਬਹਿ ਗਇਓ, ਦਸੋਂ ਦਸ ਜਸ ਤੇ ਭਰ ਗਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ